ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਰਾਮਦਾਸ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਬਹੁਤ ਸਿੱਖ ਸੰਗਤਾਂ ਬੈਠੀਆਂ ਗੁਰੂ ਜੀ ਦੇ ਉਪਦੇਸ਼ ਬਚਨ ਸੁਣ ਰਹੀਆਂ ਸਨ। ਗੁਰੂ ਜੀ ਨੇ ਫਰਮਾਇਆ, ਹੇ ਪਿਆਰੇ ਸਿੱਖੋ, ਇਹ ਮਨੁੱਖਾ ਜਨਮ ਦੁਰਲੱਭ ਹੈ। ਮਨ ਦੇ ਸਾਰੇ ਵਿਕਾਰਾਂ ਨੂੰ ਦੂਰ ਕਰਕੇ ਗੁਰੂ ਉਪਦੇਸ਼ ਦੁਆਰਾ ਹਰੀ ਨਾਮ ਦਾ ਸਿਮਰਨ ਕਰਕੇ ਇਸ ਅਮੋਲਕ ਜਨਮ ਨੂੰ ਸਫਲਾ ਕਰਨਾ ਚਾਹੀਦਾ ਹੈ। ਗੁਰਸਿੱਖ ਨੂੰ ਆਪਣੇ ਜੀਵਨ ਨੂੰ ਇਸ ਪ੍ਰਕਾਰ ਢਾਲਣਾ ਚਾਹੀਦਾ ਹੈ। ਵਾਰ ਗੌੜੀ ਸ਼ਲੋਕ ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਵੇ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੈ ਭਲ ਕੇ ਪ੍ਰਭਾਤੀ, ਇਸਨਾਨ ਕਰੈ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆਂ ਉਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਵੇ, ਮੇਰਾ ਹਰ ਹਰ ਸੋ ਗੁਰ ਸਿੱਖ ਮਨ ਭਾਵੈ। ਜਿਸ ਨੋ ਦਿਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰ ਹਰ ਨਾਮ ਜਪਾਵੈ। ਗੁਰੂ ਜੀ ਦਾ ਇਹ 52 ਚੰਦਨ ਰੂਪ ਉਪਦੇਸ਼ ਸੁਣ ਕੇ ਜਿਨ੍ਹਾਂ ਦੇ ਉੱਤਮ ਭਾਗ ਸਨ, ਉਹ ਇਸ ਨੂੰ ਧਾਰਨ ਕਰਕੇ ਪਰਮ ਗਤੀ ਨੂੰ ਪ੍ਰਾਪਤ ਹੋ ਗਏ ਸਨ। ਸ਼੍ਰੀ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਸਹਾਰੀ ਮੱਲ ਨੇ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਮੇਰੇ ਪੁੱਤਰ ਦਾ ਵਿਆਹ ਹੈ ਅਤੇ ਆਪ ਇਸ ਸਮੇਂ ਲਾਹੌਰ ਚੱਲ ਕੇ ਸਾਨੂੰ ਮਾਣ ਬਖਸ਼ੋ। ਗੁਰੂ ਜੀ ਨੇ ਕਿਹਾ, ਭਰਾ ਜੀ, ਸਾਡੇ ਉੱਥੇ ਜਾਣ ਨਾਲ ਤੁਹਾਨੂੰ ਸਾਡੇ ਦਰਸ਼ਨ ਵਾਸਤੇ ਆਈਆਂ ਸੰਗਤਾਂ ਦੇ ਜਲ ਪਾਣੀ ਦੀ ਬਹੁਤ ਖੇਚਲ ਹੋਵੇਗੀ। ਇਸ ਕਰਕੇ ਤੁਸੀਂ ਸਾਡੇ ਇਸ ਲੜਕੇ ਨੂੰ ਲੈ ਜਾਓ। ਸਹਾਰੀ ਮੱਲ ਦੀ ਸਹਿਮਤੀ ਲੈ ਕੇ ਗੁਰੂ ਜੀ ਨੇ ਆਪਣੇ ਵੱਡੇ ਲੜਕੇ ਬਾਬਾ ਪਿਰਥੀ ਚੰਦ ਜੀ ਨੂੰ ਲਾਹੌਰ ਜਾਣ ਵਾਸਤੇ ਆਖਿਆ। ਪਰ ਪਿਰਥੀ ਚੰਦ ਜੀ ਨੇ ਕਿਹਾ, ਪਿਤਾ ਜੀ, ਜੇ ਮੈਂ ਚਲਿਆ ਗਿਆ ਤਾਂ ਬਾਹਰੋਂ ਆਈਆਂ ਸੰਗਤਾਂ ਦੀ ਦੇਖਭਾਲ ਅਤੇ ਉਹਨਾਂ ਵੱਲੋਂ ਅਰਪਣ ਕੀਤੀ ਭੇਟਾਂ ਦੀ ਸੰਭਾਲ ਕੌਣ ਕਰੇਗਾ? ਇਹ ਉੱਤਰ ਸੁਣ ਕੇ ਫਿਰ ਗੁਰੂ ਜੀ ਨੇ ਬਾਬਾ ਮਹਾਦੇਵ ਜੀ ਨੂੰ ਆਖਿਆ ਕਿ ਇਸ ਵਿਆਹ ਦੇ ਸਮੇਂ ਤੁਸੀਂ ਲਾਹੌਰ ਚਲੇ ਜਾਓ। ਮਹਾਦੇਵ ਜੀ ਨੇ ਕਿਹਾ, ਪਿਤਾ ਜੀ, ਮੈਂ ਕਿਸੇ ਨੂੰ ਨਾ ਜਾਣਦਾ ਹਾਂ ਅਤੇ ਨਾ ਹੀ ਕਿਤੇ ਜਾਣਾ ਚਾਹੁੰਦਾ ਹਾਂ। ਇਹਨਾਂ ਦੋਹਾਂ ਦੇ ਉੱਤਰ ਸੁਣ ਕੇ ਫਿਰ ਗੁਰੂ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਆਖਿਆ ਕਿ ਬੇਟਾ, ਤੁਸੀਂ ਲਾਹੌਰ ਵਿਆਹ 'ਤੇ ਚਲੇ ਜਾਓ ਅਤੇ ਜਦ ਵਿਆਹ ਦਾ ਸਮਾਗਮ ਸਮਾਪਤ ਹੋ ਜਾਵੇ ਤਾਂ ਉੱਥੇ ਆਪਣੀ ਧਰਮਸ਼ਾਲਾ ਵਿੱਚ ਨਿਵਾਸ ਰੱਖ ਕੇ ਸੰਗਤ ਨੂੰ ਸਤਨਾਮ ਦਾ ਉਪਦੇਸ਼ ਕਰਨਾ ਅਤੇ ਜਦੋਂ ਅਸੀਂ ਸੱਦ ਭੇਜਾਂਗੇ ਤਦ ਹੀ ਤੁਸਾਂ ਨੇ ਵਾਪਸ ਆਉਣਾ ਹੈ, ਨਹੀਂ ਤਾਂ ਲਾਹੌਰ ਹੀ ਰਹਿਣਾ ਹੈ। ਪਿਤਾ ਗੁਰੂ ਜੀ ਦਾ ਇਹ ਹੁਕਮ ਸੁਣ ਕੇ ਆਪ ਜੀ ਨੇ ਹੱਥ ਜੋੜ ਕੇ ਕਿਹਾ, ਪਿਤਾ ਜੀ, ਜੋ ਹੁਕਮ ਕਰੋ ਸੋ ਹੀ ਮੈਨੂੰ ਪ੍ਰਵਾਨ ਹੈ। ਫਿਰ ਆਪ ਜੀ ਆਪਣੀ ਮਾਤਾ ਭਾਨੀ ਜੀ ਪਾਸੋਂ ਲਾਹੌਰ ਜਾਣ ਵਾਸਤੇ ਆਗਿਆ ਲੈਣ ਗਏ। ਮਾਤਾ ਜੀ ਨੇ ਆਪ ਜੀ ਨੂੰ ਪਿਆਰ ਦੇ ਕੇ ਮੱਥਾ ਚੁੰਮਿਆ ਅਤੇ ਆਖਿਆ, ਬੇਟਾ, ਸਦਾ ਹੀ ਪਿਤਾ ਜੀ ਦੀ ਆਗਿਆ ਵਿੱਚ ਰਹਿਣਾ, ਇਸ ਵਿੱਚ ਹੀ ਆਪਣਾ ਭਲਾ ਸਮਝਣਾ। ਇਸ ਤਰ੍ਹਾਂ ਮਾਤਾ ਜੀ ਤੋਂ ਸਿੱਖ ਮੱਤ ਅਤੇ ਅਸੀਸਾਂ ਲੈ ਕੇ ਆਪ ਜੀ ਨੇ ਮਾਤਾ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਸਹਾਰੀ ਮੱਲ ਨਾਲ ਲਾਹੌਰ ਨੂੰ ਵਿਦਾ ਹੋ ਗਏ। ਮਾਲਵੇ ਦੇਸ਼ ਦਾ ਇੱਕ ਸਿੱਧੂ ਜੱਟ ਭਾਈ ਆਦਮ ਪਿੰਡ ਬਿੰਜੂ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਬਹੁਤ ਚਿਰ ਪੀਰਾਂ ਫਕੀਰਾਂ ਦੀ ਸੇਵਾ ਕਰਦਾ ਰਿਹਾ, ਪਰ ਉਸ ਦੀ ਮੁਰਾਦ ਕਿਤੋਂ ਪੂਰੀ ਨਾ ਹੋਈ। ਉਸ ਦੇ ਘਰ ਪੁੱਤਰ ਪੈਦਾ ਨਾ ਹੋਇਆ। ਇੱਕ ਦਿਨ ਉਸ ਨੂੰ ਗੁਰੂ ਕਾ ਇੱਕ ਸਿੱਖ ਮਿਲਿਆ। ਆਦਮ ਨੇ ਉਸ ਦੀ ਪ੍ਰੇਮ ਨਾਲ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ ਅਤੇ ਬੇਨਤੀ ਕੀਤੀ ਕਿ ਭਾਈ ਜੀ, ਮੇਰੇ ਘਰ ਪੁੱਤਰ ਦੀ ਸੰਤਾਨ ਨਹੀਂ ਹੈ। ਆਪ ਗੁਰੂ ਜੀ ਅੱਗੇ ਅਰਦਾਸ ਕਰੋ ਕਿ ਮੇਰੇ ਘਰ ਪੁੱਤਰ ਪੈਦਾ ਹੋਵੇ। ਉਸ ਗੁਰੂ ਕੇ ਸਿੱਖ ਨੇ ਅਰਦਾਸ ਕਰਕੇ ਫਿਰ ਆਦਮ ਨੂੰ ਕਿਹਾ ਕਿ ਇਸ ਵੇਲੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਗੁਰੂ ਰਾਮਦਾਸ ਜੀ ਬਿਰਾਜਮਾਨ ਹਨ।
ਤੂੰ ਉਹਨਾਂ ਪਾਸ ਗੁਰੂ ਚੱਕ ਚਲਿਆ ਜਾ, ਉਹ ਤੇਰੀ ਮੁਰਾਦ ਪੂਰੀ ਕਰਨ ਨੂੰ ਸਮਰੱਥ ਹਨ। ਉਹਨਾਂ ਪਾਸੋਂ ਤੇਰੀ ਮੁਰਾਦ ਪੂਰੀ ਹੋ ਜਾਵੇਗੀ। ਸਿੱਖ ਦੇ ਬਚਨਾਂ 'ਤੇ ਭਰੋਸਾ ਕਰਕੇ ਭਾਈ ਆਦਮ ਆਪਣੀ ਇਸਤਰੀ ਨੂੰ ਨਾਲ ਲੈ ਕੇ ਚੱਕ ਗੁਰੂ ਆ ਗਿਆ। ਸੇਵਾ ਤੋਂ ਮੇਵਾ ਮੁੱਖ ਰੱਖ ਕੇ ਭਾਈ ਆਦਮ ਜੰਗਲ ਵਿੱਚੋਂ ਰੋਜ਼ 2 ਪੰਡਾਂ ਲੱਕੜਾਂ ਦੀਆਂ ਲਿਆ ਕੇ ਇੱਕ ਪੰਡ ਗੁਰੂ ਕੇ ਲੰਗਰ ਵਿੱਚ ਦੇ ਦਿੰਦਾ ਅਤੇ ਇੱਕ ਆਪਣੇ ਘਰ ਜਮ੍ਹਾਂ ਕਰੀ ਜਾਂਦਾ। ਇਸ ਤਰ੍ਹਾਂ ਹੀ ਜਦ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਸਿਆਲ ਦੀ ਰੁੱਤ ਵਿੱਚ ਬਹੁਤ ਮੀਂਹ ਦੇ ਕਾਰਨ ਸੁੱਕੀ ਲੱਕੜ ਕਿਤੋਂ ਹੱਥ ਨਾ ਆਉਣ ਕਰਕੇ ਸਰਦੀ ਨਾਲ ਸੰਗਤਾਂ ਬਹੁਤ ਦੁਖੀ ਹੋ ਗਈਆਂ। ਭਾਈ ਆਦਮ ਨੇ ਗੁਰੂ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਇਸ ਨੂੰ ਇੱਕ ਚੰਗਾ ਸਮਾਂ ਸਮਝ ਕੇ ਆਪਣੇ ਘਰ ਰੱਖੀਆਂ ਲੱਕੜਾਂ ਸੁੱਕੀਆਂ ਸਮਝੋ ਸਭ ਲੋੜਵੰਦਾਂ ਦੇ ਘਰ ਵੰਡ ਦਿੱਤੀਆਂ। ਸਰਦੀ ਨਾਲ ਠਿਠਰੇ ਹੋਏ ਲੋਕ ਸੁੱਕੀਆਂ ਲੱਕੜਾਂ ਬਾਲ ਕੇ ਖੁਸ਼ ਹੋ ਗਏ ਅਤੇ ਭਾਈ ਆਦਮ ਦੀ ਇਸ ਵੰਡ ਵਰਤਣ ਵਾਲੀ ਨੀਤੀ ਉੱਤੇ ਉਸ ਦੀ ਸ਼ਲਾਘਾ ਕਰਨ ਲੱਗੇ। ਸੰਗਤਾਂ ਦੀ ਪ੍ਰਸੰਨਤਾ ਹੀ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਹੁੰਦੀ ਹੈ। ਜਦ ਇਸ ਪ੍ਰਸੰਨਤਾ ਨਾਲ ਗੁਰੂ ਜੀ ਨੂੰ ਪਤਾ ਲੱਗਾ ਕਿ ਆਪ ਜੀ ਨੇ ਭਾਈ ਆਦਮ ਨੂੰ ਸੱਦ ਕੇ ਆਖਿਆ, ਭਾਈ ਸਿੱਖਾ, ਗੁਰੂ ਨਾਨਕ ਜੀ ਦੀਆਂ ਸੰਗਤਾਂ ਦੀ ਤੇਰੇ ਉੱਤੇ ਖੁਸ਼ੀ ਹੋਈ ਹੈ, ਤੂੰ ਆਪਣੇ ਮਨ ਦਾ ਮਨੋਰਥ ਦੱਸ ਜੋ ਤੇਰਾ ਪੂਰਾ ਕੀਤਾ ਜਾਵੇ। ਪਰ ਭਾਈ ਆਦਮ ਨੇ ਆਪਣਾ ਮਨੋਰਥ ਦੱਸਣ ਤੋਂ ਕੁਝ ਸੰਕੋਚ ਕਰਕੇ ਕਿਹਾ, ਮਹਾਰਾਜ, ਮੈਨੂੰ ਆਪਣਾ ਦਰਸ਼ਨ ਬਖਸ਼ੋ, ਇਹੀ ਮੇਰਾ ਮਨੋਰਥ ਹੈ। 3 ਵਾਰ ਜਦ ਗੁਰੂ ਜੀ ਨੇ ਵਰ ਮੰਗਣ ਵਾਸਤੇ ਕਿਹਾ, ਭਾਈ ਆਦਮ ਨੇ 3 ਵਾਰ ਹੀ ਦਰਸ਼ਨ ਬਖਸ਼ੋ ਮੰਗਿਆ ਤਾਂ ਉਸ ਦੇ ਸੰਕੁਚਵੇਂ ਮਨ ਦੀ ਅੰਦਰਲੀ ਤਹਿ ਨੂੰ ਜਾਣਨ ਵਾਸਤੇ ਅੰਤਰਜਾਮੀ ਸਤਿਗੁਰ ਜੀ ਨੇ ਕਿਹਾ, ਭਾਈ ਤੂੰ ਕੱਲ ਆਪਣੀ ਇਸਤਰੀ ਨੂੰ ਨਾਲ ਲੈ ਕੇ ਆਵੀਂ ਅਤੇ ਫਿਰ ਜਿਸ ਮਨੋਰਥ ਵਾਸਤੇ ਤੁਸੀਂ ਗੁਰੂ ਕੇ ਲੰਗਰ ਅਤੇ ਸੰਗਤਾਂ ਦੀ ਸੇਵਾ ਕਰਦੇ ਰਹੇ ਹੋ ਉਹ ਆਣ ਕੇ ਦੱਸਣਾ। ਤੁਹਾਡਾ ਮਨੋਰਥ ਗੁਰੂ ਨਾਨਕ ਜੀ ਪੂਰਾ ਕਰਨਗੇ। ਇਸ ਉਪਰੰਤ ਭਾਈ ਆਦਮ ਜੀ ਨੇ ਆਪਣੇ ਡੇਰੇ ਜਾ ਕੇ ਸਾਰੀ ਗੱਲ ਆਪਣੀ ਇਸਤਰੀ ਨੂੰ ਦੱਸੀ ਅਤੇ ਦੂਜੇ ਦਿਨ ਉਸ ਨੂੰ ਨਾਲੇ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋਇਆ। ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਅੱਜ ਤੁਸੀਂ ਆਪਣਾ ਮਨੋਰਥ ਨਿਰਸੰਕੋਚ ਹੋ ਕੇ ਦੱਸੋ। ਤਦ ਆਦਮ ਦੀ ਇਸਤਰੀ ਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਸਾਨੂੰ ਪੁੱਤਰ ਦੀ ਦਾਤ ਬਖਸ਼ੋ, ਅਸੀਂ ਸੰਤਾਨਹੀਨ ਹਾਂ। ਇਹੀ ਮਨੋਰਥ ਮਨ ਵਿੱਚ ਧਾਰ ਕੇ ਅਸੀਂ ਆਪ ਜੀ ਦੇ ਦਰਬਾਰ ਵਿੱਚ ਆਏ ਸਾਂ। ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਫਰਮਾਇਆ ਕਿ ਤੁਹਾਡੀ ਸ਼ਰਧਾ ਭਗਤੀ ਤੇ ਨਿਰਮਾਣ ਸੇਵਾ ਤੇ ਅਸੀਂ ਬਹੁਤ ਪ੍ਰਸੰਨ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਤੁਹਾਡੇ ਘਰ ਇੱਕ ਬੜਾ ਪ੍ਰਤਾਪੀ ਲੜਕਾ ਪੈਦਾ ਹੋਵੇਗਾ। ਉਸ ਦਾ ਨਾਮ ਤੁਸਾਂ ਭਗਤੂ ਰੱਖਣਾ ਹੈ। ਉਹ ਬੜਾ ਭਗਤੀਸ਼ੀਲ ਹੋਵੇਗਾ। ਹੁਣ ਤੁਸੀਂ ਆਪਣੇ ਘਰ ਚਲੇ ਜਾਓ ਅਤੇ ਸਤਨਾਮ ਦਾ ਸਿਮਰਨ ਕਰਦੇ ਹੋਏ ਆਪਣੀ ਕਿਰਤ ਕਰਕੇ ਛਕੋ ਤੇ ਹੋਰਨਾਂ ਲੋੜਵੰਦਾਂ ਨੂੰ ਛਕਾਓ। ਆਗਿਆ ਅਨੁਸਾਰ ਭਾਈ ਆਦਮ ਜੀ ਆਪਣੇ ਪਿੰਡ ਬਿੰਜੂ ਚਲਿਆ ਗਿਆ ਅਤੇ ਸਤਨਾਮ ਦਾ ਸਿਮਰਨ ਕਰਕੇ ਆਪਣੀ ਕਿਰਤ ਕਰਨ ਲੱਗਾ। ਸਮਾਂ ਪਾ ਕੇ ਇਹਨਾਂ ਦੇ ਘਰ ਲੜਕਾ ਪੈਦਾ ਹੋਇਆ, ਜਿਸ ਦਾ ਨਾਮ ਇਹਨਾਂ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਭਗਤੂ ਰੱਖਿਆ। ਭਾਈ ਭਗਤੂ ਜੀ ਬੜੇ ਨਾਮ ਰਸੀਏ ਅਤੇ ਕਰਨੀ ਵਾਲੇ ਪ੍ਰਤਾਪੀ ਪੁਰਸ਼ ਹੋਏ ਹਨ। ਇਹਨਾਂ ਦਾ ਦੇਹਾਂਤ ਸ਼੍ਰੀ ਗੁਰੂ ਹਰਿਰਾਏ ਜੀ ਦੇ ਸਮੇਂ ਕਰਤਾਰਪੁਰ ਵਿੱਚ ਹੋਇਆ। ਕੈਥਲ ਦੇ ਰਾਜਾ ਲਾਲ ਸਿੰਘ ਤੇ ਉਦਮ ਸਿੰਘ ਭਾਈ ਭਗਤੂ ਜੀ ਦੀ ਸੰਤਾਨ ਸਨ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਇਹਨਾਂ ਨੇ ਹੀ ਆਪਣੇ ਪਾਸ ਰੱਖ ਕੇ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਗ੍ਰੰਥ ਲਿਖਵਾਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।